पग आन गहे जामते डर कै। वाहिगुरु जी का खालसा वाहिगुरु जी की फतेह। गुरु दर ते हाजर गुरु सवारी खालसा जी, आप जी वडभागे हो जो 8वें पातशाह बाला प्रीतम सतगुरु जिस डिठे सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है प्रसंग है। सतगुरु गुरु नानक साहब महाराज दूसरी उदासी दे विच हिंदू धर्म दे सनातन मत दे जिहड़े धर्म अस्थान ने तीर्थ अस्थान ने उन्हां वाले पासे प्रस्थान करते ने। कुरुक्षेत्र तो लैके जगन्नाथपुरी तक हुंदियां अगे सतगुरु एक ऐसे नगर विच पहुंचे ने जिथे नगरी दे बाहर सतगुरु जी ने एक वृक्ष दे थले एक दरख्त दे थले अपना आसन कीता है। इत्थे एक डूम जाति का व्यक्ति आके गुरु जी कोलों भिखिया मंगदा है। उन्हें आके गुरु जी की बड़ी महिमा गाई है। कहन लगा जी मैनू एक डूम आयो शुदा ते दुखायो कहे बैन ऐसे पिखों भूप जैसे। कहन लगा जी भुख बड़ी लगी है कोई भिखिया दियो मैनू पिछिया दे दियो। मैनू तुसी किसी राजे वर्गे लगदे हो। पिखों भूप जैसे भूप कहते ने राजा। कछु देहो पिछा करो पूर इच्छा कुछ ही दे दो मेरी इच्छा पूरी हो जाएगी। उदारी दीदारी अशोकी लिलारी। कहन लगा तुहाडे मस्तक तो लगदा है तुसी बड़े उदार चित जिन्हों आपां सखी कहने आ।
ਜਿਸ ਨੂੰ ਆਪਾਂ ਦਿਲ ਖੋਲ ਕੇ ਦਾਨ ਕਰਨ ਵਾਲਾ ਮਨੁੱਖ ਕਹਿੰਦੇ ਆ। ਕਈ ਦਾਨੀ ਵੀ ਹੁੰਦੇ ਨੇ, ਕੰਜੂਸੀ ਵੀ ਹੁੰਦੇ ਨੇ। ਕਈ ਦਾਨੀ ਹੁੰਦੇ ਨੇ, ਬੜੇ ਫਰਾਕ ਦਿਲ ਹੁੰਦੇ ਨੇ। ਕਹਿਣ ਲੱਗਾ ਜੀ ਬੜੇ ਉਦਾਰੀ ਕਰਕੇ, ਸਖੀ ਮੈਨੂੰ ਦਾਨੀ ਤੁਸੀਂ ਲੱਗਦੇ ਹੋ। ਤੁਹਾਡੇ ਮਸਤਕ ਤੇ ਅਸ਼ੋਕ ਹੈ, ਖੁਸ਼ੀ ਹੈ, ਖੇੜਾ ਹੈ, ਗਮੀ ਕੋਈ ਨਹੀਂ ਹੈ, ਕੋਈ ਮਲਾਲ ਨਹੀਂ ਹੈ। ਤੁਹਾਡਾ ਮਸਤਕ ਚੜ੍ਹਦੀ ਕਲਾ ਵਾਲਾ ਹੈ। ਸੁਣਿਓ ਸ਼ਰੋਣ ਬੈਨੰ ਦਇਆਵਾਨ ਨੈਨੰ। ਗੁਰੂ ਨਾਨਕ ਸਾਹਿਬ ਨੇ ਬਚਨ ਸੁਣੇ, ਤਰੁੱਠੇ। ਜਿਸ ਦਰਖਤ ਦੇ ਥੱਲੇ ਬੈਠੇ ਸੀ, ਸਤਿਗੁਰੂ ਕਹਿਣ ਲੱਗੇ ਭਾਈ ਇਸ ਦਰਖਤ ਦੇ ਮੁੱਢ ਵੱਲ ਵੇਖ, ਜੋ ਤੇਰੀ ਇੱਛਾ ਪੂਰੀ ਹੋ ਜਾਏਗੀ। ਉਹਨੂੰ ਉੱਥੋਂ ਮਿਲੀ ਇੱਕ ਅਸ਼ਰਫੀ, ਇੱਕ ਸੋਨੇ ਦੀ ਮੋਹਰ। ਉਹਦੀ ਜਾਤੀ ਡੋਮ ਸੀ, ਉਹ ਪਹਿਲਾਂ ਹੀ ਅਖੌਤੀ ਜਾਤੀ ਮਰਾਸੀ ਵਿੱਚੋਂ ਸੀ। ਉਹਨੇ ਜਾ ਕੇ ਸਾਰੇ ਸ਼ਹਿਰ 'ਚ ਹੀ ਰੌਲਾ ਪਾ ਦਿੱਤਾ। ਬੜੀ ਦੁਨੀਆ ਆਈ ਹੈ। ਅਖੀਰ ਉੱਥੋਂ ਦਾ ਰਾਜਾ ਵੀ ਆਇਆ। ਤਿਸ ਦੇਸ਼ ਨਰੇਸ਼ ਸੁਣਿਓ ਸਰਵਣੰ, ਸਤ ਸੰਤ ਸਰੂਪ ਆਇਓ ਰਵਣੰ। ਗਤ ਦਾ ਬਲਵਾਨ ਬਸਾਲ ਕਲਾ, ਅਵਲੋਕਤ ਲੋਚਨ ਹੋਤ ਭਲਾ। ਉਹਦੇ ਤੇ ਵੇਖਣ ਨਾਲ ਹੀ ਭਲਾ ਹੋ ਜਾਂਦਾ ਹੈ। ਉਹਦੇ ਨੇਤਰਾਂ ਵਿੱਚ, ਉਹਦੀ ਦ੍ਰਿਸ਼ਟੀ ਵਿੱਚ ਏਡੀ ਕਿਰਪਾ ਹੈ, ਬਖਸ਼ਿਸ਼ ਹੈ। ਔਰ ਇਹ ਗੱਲ ਸਤਿਗੁਰੂ ਦੀ ਬਾਣੀ ਨੇ ਮੰਨੀ ਹੈ ਕਿ ਜਿਹੜੀ ਗੁਰੂ ਤੇ ਰੱਬ ਦੀ ਨਜ਼ਰ ਹੈ, ਮਿਹਰ ਹੈ, ਉਹ ਨਜ਼ਰ ਵਿੱਚ ਹੀ ਹੈ, ਨਜ਼ਰਾਂ ਵਿੱਚ ਹੀ ਹੈ। ਉਹ ਸਤਿਗੁਰਾਂ ਦੀ ਤੱਕਣੀ ਵਿੱਚ ਹੈ। ਜਿਹਦੇ ਵੱਲ ਸਤਿਗੁਰੂ ਕਿਰਪਾ ਕਠਾਕ ਅਵਲੋਕਨ ਕੀਨੋ, ਫਿਰ ਕੀ ਹੋਇਆ? ਦਾਸ ਕਾ ਦੁੱਖ ਬਿਦਾਰਿਓ। ਦਾਸਾਂ ਦੇ ਦੁੱਖ ਕੱਟ ਦਿੱਤੇ। ਇਸ ਰਾਜੇ ਨੇ ਆ ਕੇ ਗੁਰੂ ਜੀ ਦੇ ਚਰਨ ਪਰਸੇ ਨੇ, ਕਰ ਬੰਦ ਕਰੀ ਪਦ ਬੰਧਨਤਾ, ਚੱਕ ਸੋ ਮੁਖ ਦੇਖ ਆਨੰਦ ਵਤਾ। ਭਨ ਆਨਨ ਬੇਨਤ ਦੀਨ ਮਨੰ, ਉਪਕਾਰ ਕੇ ਹੇਤ ਧਰਿਓ ਸੋ ਤਨ। ਕਹਿਣ ਲੱਗਾ ਜੀ ਤੁਸੀਂ ਸਰੀਰ ਧਾਰਨ ਕੀਤਾ ਹੈ, ਪਰ ਕਿਸੇ ਐਸ਼ਵਰਜ ਵਾਸਤੇ ਨਹੀਂ, ਪਰ ਉਪਕਾਰ ਵਾਸਤੇ ਕੀਤਾ ਹੈ। ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੈਂ ਤੁਹਾਡੇ ਦਰਸ਼ਨ ਕਰਨ ਆਇਆ। ਉਹਨੇ ਦੱਸਿਆ ਕਿ ਮੈਂ ਇਸ ਮੁਲਕ ਦਾ ਰਾਜਾ ਹਾਂ। ਹਾਂਜੀ। ਉਪਦੇਸ਼ ਦੀਜੈ ਨਿਜ ਸਿੱਖ ਕਰੋ, ਭਵ ਬੰਧ ਅਮੰਕਣ ਮੈਲ ਹਰੋ। ਗੁਰੂ ਜੀ ਮੈਨੂੰ ਉਪਦੇਸ਼ ਦਿਓ, ਆਪਣੀ ਸਿੱਖਿਆ ਦਿਓ, ਆਪਣੀ ਮਤ ਬੁੱਧ ਦਿਓ, ਮੈਨੂੰ ਆਪਣਾ ਸੇਵਕ ਬਣਾਓ। ਕਰ ਬੰਦ ਕਰੀ ਪਦ ਬੰਧਨਤਾ, ਉਪਦੇਸ਼ ਦੀਜੇ ਨਿਜ ਸਿੱਖ ਕਰੋ, ਭਵ ਬੰਧ ਅਮੰਕਣ ਮੈਲ ਹਰੋ। ਕਹਿਣ ਲੱਗਾ ਜਿਹੜੀ ਪਾਪਾਂ ਦੀ ਮੈਲ ਹੈ, ਇਹ ਮੇਰੇ ਜੀਵਨ ਚੋਂ, ਮੇਰੇ ਜੀਵਨ ਦੇ ਵਿੱਚ ਇਹ ਜਿਹੜੇ ਦੁੱਖ ਨੇ, ਇਹਨਾਂ ਨੂੰ ਕੱਟ ਦਿਓ। ਹਾਂਜੀ। ਸੁਣ ਕੀਰਤ ਕੋ ਸ਼ਰਦਾ ਧਰ ਕੈ, ਪਗ ਆਣ ਗਹੇ ਜਮ ਤੇ ਡਰ ਕੈ। ਸਤਿਗੁਰੂ ਜੀ ਨੇ ਉਸ ਰਾਜੇ ਦੇ ਕੋਲੋਂ ਕੀਰਤੀ ਸੁਣੀ ਕਿ ਉਹਨੇ ਗੁਰੂ ਜੀ ਦੀ ਆ ਕੇ ਮਹਿਮਾ ਕੀਤੀ ਹੈ, ਪਰ ਮਹਿਮਾ ਕਰਨ ਦੇ ਵਿੱਚ ਕੋਈ ਛਾਲ, ਕੋਈ ਕਪਟ ਨਹੀਂ ਸੀ, ਸ਼ਰਧਾ ਸੀ।
ਪਗ ਆਣ ਗਹੇ ਜਮ ਤੇ ਡਰ ਕੇ। ਸਤਿਗੁਰੂ ਸਮਝ ਗਿਆ ਕਿ ਇਹ ਸੱਚਮੁੱਚ ਜਮਾਂ ਦੇ ਦੁੱਖ ਤੋਂ ਡਰਿਆ, ਇਹਨੇ ਆ ਕੇ ਸਾਡੇ ਚਰਨ ਪਕੜੇ ਨੇ। ਹਾਂਜੀ। ਸੁਣ ਕੇ ਸੁਖ ਦਾਨ ਭਨੇ ਬਚਨਾ, ਜਿਨ ਮੈਂ ਗਤ ਦੇਵਨ ਕੀ ਰਚਨਾ। ਉਹ ਗੁਰੂ ਨਾਨਕ ਸਾਹਿਬ ਜਿਹੜੇ ਗਤੀ ਦੇਣ ਵਾਸਤੇ, ਮੁਕਤੀ ਦੇਣ ਵਾਸਤੇ, ਉੱਚੀ ਪਰਮ ਅਵਸਥਾ ਦੀ ਬਖਸ਼ਿਸ਼ ਕਰਨ ਵਾਸਤੇ ਸਮਰੱਥ ਨੇ। ਸੁਣ ਕੇ ਸੁਖ ਦਾਨ ਭਣੇ ਬਚਨਾ। ਸਤਿਗੁਰੂ ਨੇ ਉਹ ਬਚਨ ਉਚਾਰੇ ਜਿਹੜੇ ਬਚਨ ਸੁਖ ਦਾਤੇ ਨੇ, ਕਿਉਂਕਿ ਗੁਰੂ ਦੀ ਬਖਸ਼ਿਸ਼ ਗੁਰੂ ਦੇ ਬਚਨਾਂ ਵਿੱਚ ਹੈ। ਅਸੀਂ ਜਦੋਂ ਗੁਰੂ ਕੋਲ ਆਉਨੇ, ਮੈਂ ਤੇ ਕਈਆਂ ਨੂੰ ਵੇਖਿਆ ਤੇ ਝੱਗਾ ਚੁੱਕ ਲੈਂਦੇ ਨੇ, ਕਹਿੰਦੇ ਝੋਲੀ ਅੱਡ ਲਓ ਜੀ। ਤੇ ਪੇਟ ਉਹਨਾਂ ਦਾ ਮੇਰੇ ਵਰਗਿਆਂ ਦਾ 40-50 ਕਿਲੋ ਦਾ ਹੁੰਦਾ ਹੈ। ਢਿੱਡ ਭਾਵੇਂ ਸਾਰਾ ਨੰਗਾ ਹੋ ਜੇ ਪਰ ਝੱਗਾ ਜ਼ਰੂਰ ਚੁੱਕਣਾ ਹੈ। ਜ਼ਰੂਰਤ ਨਹੀਂ ਇਸ ਗੱਲ ਦੀ। ਗੁਰੂ ਨੇ ਜਦੋਂ ਵੀ ਨਦਰ ਕਰਨੀ ਹੈ, ਮਿਹਰ ਕਰਨੀ ਹੈ, ਕਿਰਪਾ ਕਰਨੀ, ਉਹ ਨੇਤਰਾਂ ਨਾਲ ਕਰਨੀ ਹੈ। ਤੇ ਜਦੋਂ ਉਹਦੀ ਕਿਰਪਾ ਹੋ ਜਾਣੀ ਹੈ, ਉਹਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਇਹ ਹੈ ਕਿ ਪ੍ਰਿਯ ਲਾਗੈ ਔਰ ਸਤਿਗੁਰ ਬਾਣੀ। ਫਿਰ ਤੁਹਾਨੂੰ ਗੁਰਬਾਣੀ ਮਿੱਠੀ ਲੱਗੇਗੀ। ਤੁਸੀਂ ਪਾਠ ਕਰੋਗੇ, ਪਾਠ ਸੁਣੋਗੇ, ਕੋਸ਼ਿਸ਼ ਕਰੋਗੇ ਤੁਹਾਨੂੰ ਆਪ ਨੂੰ ਵੀ ਕੀਰਤਨ ਕਰਨਾ ਆ ਜਾਏ। ਫਿਰ ਨਹੀਂ ਤੇ ਤੁਸੀਂ ਕੀਰਤਨ ਉਚੇਚਾ ਜਾ ਕੇ ਸੁਣੋਗੇ। ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰਿਯ ਲਾਗੈ ਔਰ ਸਤਿਗੁਰ ਬਾਣੀ। ਫਿਰ ਗੁਰੂ ਦੀ ਬਾਣੀ ਚੰਗੀ ਲੱਗਦੀ ਹੈ, ਮਿੱਠੀ ਲੱਗਦੀ ਹੈ। ਹੋਰ ਕਿਰਪਾ ਹੋ ਗਈ ਤੇ ਗੁਰੂ ਦੇ ਬਚਨ ਅਸੀਂ ਮੰਨਣ ਲੱਗ ਜਾਵਾਂਗੇ। ਸਤਿਗੁਰੂ ਜੀ ਤਰੁੱਠੇ ਨੇ ਤੇ ਆਪਣੇ ਮੁਖ ਤੋਂ ਸੁਖ ਦੇਣ ਵਾਲੇ ਬਚਨ ਉਚਾਰੇ ਨੇ। ਉਹ ਬਚਨ ਜਿਨ੍ਹਾਂ ਬਚਨਾਂ ਨੂੰ ਕੋਈ ਵੀ ਮੰਨੇਗਾ, ਕੋਈ ਵੀ ਕਮਾਏਗਾ, ਇਹ ਹੁਣ ਹੈ ਤਾਂ ਰਾਜੇ ਵਾਸਤੇ ਨੇ। ਹੁਣ ਮੈਂ ਸੁਣਾ ਰਿਹਾ, ਤੁਸੀਂ ਸੁਣ ਰਹੇ ਹੋ। ਸਾਡੇ ਵਿੱਚੋਂ ਕੋਈ ਵੀ ਜਿਹੜਾ ਸੁਣੇਗਾ, ਜਿਹੜਾ ਮੰਨੇਗਾ, ਉਦੋਂ ਰਾਜੇ ਨੂੰ ਸੁਖ ਮਿਲਿਆ ਸੀ, ਹੁਣ ਸਾਨੂੰ ਮਿਲੇਗਾ। ਹਾਂਜੀ। ਸੁਖ ਮੈਂ ਦੁਖ ਮੈਂ ਨਿਤ ਨਾਮ ਭਜੋ, ਸਤ ਸੰਗਤ ਪ੍ਰੀਤ ਹਿਰਦੇ ਨਾ ਤਜੋ। ਸਤਿਗੁਰੂ ਕਹਿਣ ਲੱਗੇ, ਰਾਜਾ ਪਹਿਲਾ ਉਪਦੇਸ਼ ਇਹ ਹੈ, ਭਾਵੇਂ ਹੋਵੇ ਸੁਖ ਭਾਵੇਂ ਹੋਵੇ ਦੁੱਖ, ਸੁਖ ਮੈਂ ਦੁੱਖ ਮੈਂ ਨਿਤ ਨਾਮ ਭਜੋ। ਪਰਮੇਸ਼ਰ ਦੀ ਕੀਰਤੀ ਰੋਜ਼ ਕਰਨੀ ਹੈ। ਪਰਮਾਤਮਾ ਦੇ ਗੁਣ ਰੋਜ਼ ਗਾਉਣੇ ਨੇ। ਇਹ ਨਹੀਂ ਕਿ ਸੁਖ ਵਿੱਚ ਗਾਉਣੇ ਨੇ, ਦੁੱਖ ਵਿੱਚ ਕੋਈ ਲੋੜ ਨਹੀਂ। ਜਦ ਦੁੱਖ ਵੇਲੇ ਸਿਮਰਨਾ ਹੈ, ਸੁਖ ਵੇਲੇ ਕੀ ਲੋੜ ਹੈ? ਨਹੀਂ, ਰੱਬ ਭਾਵੇਂ ਸੁਖ ਦੇਵੇ, ਰੱਬ ਭਾਵੇਂ ਸਾਨੂੰ ਦੁੱਖ ਦੇਵੇ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਤੇ ਆਈ। ਇਹ ਸ਼ਬਦ ਤਾਂ ਗੁਰੂ ਰਾਮਦਾਸ ਜੀ ਦਾ ਹੈ। ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਰਾਜੇ ਨੂੰ ਇਹ ਬਚਨ ਆਖੇ ਸਨ ਕਿ ਸੁੱਖ ਦੁੱਖ ਦੇ ਵਿੱਚ ਪ੍ਰਮਾਤਮਾ ਨੂੰ ਸਿਮਰਨਾ ਹੈ। ਸਤ ਸੰਗਤ ਪ੍ਰੀਤ ਹਿਰਦੈ ਨਾ ਤਜੋ। ਤੇ ਕਦੇ ਵੀ ਸੰਗਤ ਦਾ ਪਿਆਰ ਜਿਹੜਾ ਹੈ ਉਹ ਨਹੀਂ ਛੱਡਣਾ। ਸੰਗਤ ਦੇ ਨਾਲ ਪ੍ਰੇਮ ਕਰਨਾ ਹੈ, ਪ੍ਰੀਤ ਕਰਨੀ ਹੈ। ਕਿਹੋ ਜੀ ਕਰਨੀ ਹੈ? ਕਹਿੰਦੇ ਜਿਹੋ ਜਿਹੀ ਮੱਖੀਆਂ, ਮਧੂ ਮੱਖੀਆਂ ਸ਼ਹਿਦ ਵਾਲੇ ਛੱਤੇ ਨਾਲ ਕਰਦੀਆਂ ਨੇ। ਹਾਲਾਂਕਿ ਉੱਡ ਕੇ ਜਾਂਦੀਆਂ ਨੇ, ਵੰਨ ਸੁਵੰਨੇ ਫੁੱਲਾਂ ਦਾ ਰਸ ਚੂਸਦੀਆਂ ਨੇ, ਪਰ ਉੱਥੋਂ ਰਸ ਲੈ ਕੇ ਵਾਪਸ ਆ ਕੇ ਛੱਤੇ ਨਾਲ ਚੰਬੜ ਜਾਂਦੀਆਂ ਨੇ। ਤੇ ਛੱਤੇ ਤੋਂ ਸ਼ਹਿਦ ਲੈਣ ਵਾਸਤੇ ਬੜੇ ਸਾਰੇ ਲੋਕ ਮੰਤਰ ਪੜ੍ਹਦੇ ਨੇ,
ਲੱਕੜਾਂ ਇਕੱਠੀਆਂ ਕਰਕੇ ਧੂਣੇ ਬਾਲਦੇ ਨੇ ਵੀ ਧੂਆਂ ਕਰਕੇ ਮੱਖੀਆਂ ਉਡਾ ਦਿੱਤੀਆਂ ਜਾਣ, ਧੂਆਂ ਕੌੜਾ ਹੁੰਦਾ ਹੈ। ਜਾਂ ਫਿਰ ਕੋਈ ਸੇਫਟੀ ਕਿੱਟ ਪਾ ਕੇ ਆਪਣੇ ਸਰੀਰ ਉੱਪਰ ਜਿਹਦੇ ਵਿੱਚੋਂ ਮੱਖੀ ਦਾ ਡੰਗ ਨਾ ਜਾਵੇ, ਤੇ ਬੜੀ ਜ਼ਬਰਦਸਤੀ ਉਹਨਾਂ ਨੂੰ ਉੱਥੋਂ ਹਟਾ ਕੇ ਸ਼ਹਿਦ ਕੱਢਿਆ ਜਾਂਦਾ ਹੈ। ਸਤਿਗੁਰੂ ਜੀ ਨੇ ਸਾਨੂੰ ਬਾਣੀ ਵਿੱਚ ਦੱਸਿਆ ਹੈ ਕਿ ਸਾਧ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਸੰਗਤ ਨਾਲ ਪਿਆਰ ਇਵੇਂ ਕਰਨਾ ਹੈ ਜਿਵੇਂ ਮਧੂ ਮੱਖੀਆਂ ਛੱਤੇ ਨਾਲ ਕਰਦੀਆਂ ਨੇ। ਇਹ ਨਹੀਂ ਵੀ ਚਲੇ ਗਏ ਤੇ ਚਲੇ ਗਏ, ਨਾ ਗਏ ਤੇ ਨਾ ਸਹੀ। ਜਿੱਥੇ ਸੁੱਖ ਦੁੱਖ ਵਿੱਚ ਰੱਬ ਦਾ ਸਿਮਰਨ ਕਰਨਾ ਹੈ, ਉੱਥੇ ਜਿਹੜੀ ਸਤ ਸੰਗਤ ਹੈ, ਚੰਗੇ ਬੰਦਿਆਂ ਦੀ, ਰੱਬ ਦੇ ਪਿਆਰਿਆਂ ਦੀ ਜਿਹੜੀ ਸੁਸਾਇਟੀ ਹੈ, ਉਹਦੇ ਨਾਲ ਵੀ ਪ੍ਰੇਮ ਕਰਨਾ ਹੈ। ਭੱਜ ਕੇ ਪਹੁੰਚਣਾ ਹੈ ਉੱਥੇ, ਲੱਭ ਕੇ ਰੱਬ ਦੇ ਪਿਆਰਿਆਂ ਨੂੰ ਉਹਨਾਂ ਨਾਲ ਸੰਗਤ ਕਰਨੀ ਹੈ। ਹਾਂਜੀ। ਧਨ ਮਾਨ ਖੁਲਾਲ ਅਮੋਲ ਪਲਾ, ਤਿਹ ਕੋ ਦਿਨ ਕਉ ਨਾ ਕਰੋ ਬਦਲਾ। ਸਤਿਗੁਰੂ ਕਹਿਣ ਲੱਗੇ, ਰਾਜਾ ਇਹ ਜਿਹੜਾ ਮਨੁੱਖੀ ਤਨ ਹੈ ਇਹ ਅਮੋਲਕ ਲਾਲ ਹੈ, ਤੇ ਇਹਨੂੰ ਕੌਡੀਆਂ ਦੇ ਬਦਲੇ ਗਵਾਉਣਾ ਨਹੀਂ ਚਾਹੀਦਾ। ਜਿਹੜਾ ਮਨੁੱਖਾ ਜੀਵਨ ਹੈ, ਸਰੀਰ ਹੈ, ਇਹ ਕੀਮਤੀ ਲਾਲ ਹੈ, ਪਰ ਇਹਦੇ ਬਦਲੇ ਅਸੀਂ ਕੌਡੀਆਂ ਵਹਾਜਦੇ ਰਹੀਏ। ਬੜੀ ਸਸਤੀ ਜੀ ਇੱਕ ਵਸਤੂ ਹੈ। ਤੋ ਸਤਿਗੁਰੂ ਕਹਿੰਦੇ ਨੇ ਇਹਨਾਂ ਕੌਡੀਆਂ ਦੇ ਬਦਲੇ ਜੀਵਨ ਨਹੀਂ ਗਵਾਉਣਾ ਚਾਹੀਦਾ। ਕਿਸੇ ਤੁਛ ਮਾਤਰ, ਕਿਸੇ ਥੋੜੀ ਜੀ ਕੀਮਤ ਵਾਲੇ ਪਦਾਰਥਾਂ ਦੇ ਬਦਲੇ ਨਾ ਸਵਾਸ ਗਵਾਉਣੇ ਚਾਹੀਦੇ ਨੇ, ਨਾ ਹੀ ਆਪਣਾ ਮਨੁੱਖਾ ਸਰੀਰ ਜਿਹੜਾ ਹੈ ਉਸ ਨੂੰ ਗਵਾਉਣਾ ਚਾਹੀਦਾ ਹੈ। ਹਾਂਜੀ। ਸਤ ਸੰਗਤ ਸੇਵ ਪਦਾਰਥ ਜੋ, ਤਨ ਦੇਹ ਕਰੋ ਨਿਜ ਸਵਾਰਥ ਜੋ। ਇਸ ਕਰਕੇ ਸਤ ਸੰਗਤ ਸੇਵ ਪਦਾਰਥ ਜੋ, ਜਦੋਂ ਤੁਸੀਂ ਸੰਗਤ ਦੀ ਸੇਵਾ ਕਰੋਗੇ, ਤਨ ਦੇ ਕਰੋ ਨਿਜ ਸਵਾਰਥ ਜੋ। ਸੰਗਤ ਦੀ ਸੇਵਾ ਦੇ ਵਿੱਚ ਪਦਾਰਥ ਦੇਣੇ, ਜਿਵੇਂ ਆਪਾਂ ਸੰਗਤ ਦੀ ਸੇਵਾ ਲਈ ਦੁੱਧ ਤੇ ਕਿੰਨਾ ਕੁਝ ਲੈ ਕੇ ਆਉਨੇ ਆ। ਆ ਜੋ ਕੁਝ ਲੰਗਰ ਵਿੱਚ ਪੱਕਦਾ ਹੈ, ਇਹ ਸਿਰਫ ਸੰਗਤ ਦੀ ਸੇਵਾ ਵਾਸਤੇ ਹੈ। ਭਾਵੇਂ ਸਬਜ਼ੀਆਂ ਬਣਨ, ਭਾਵੇਂ ਪਨੀਰ ਮਟਰ ਬਣਨ, ਭਾਵੇਂ ਖੀਰ ਬਣੇ, ਇਹ ਸੰਗਤ ਦੀ ਸੇਵਾ ਦੇ ਪਦਾਰਥ ਨੇ। ਸਤਿਗੁਰੂ ਕਹਿੰਦੇ, ਤਨ ਦੇ ਕਰੋ ਨਿਜ ਸਵਾਰਥ ਜੋ। ਆਪਣਾ ਸਰੀਰ ਜਿਹੜਾ ਹੈ ਉਹ ਸੇਵਾ ਦੇ ਵਿੱਚ ਆਪਣਾ ਤਨ ਲਾਉਣਾ ਹੈ, ਇਹਦੇ ਵਿੱਚ ਤੁਹਾਡਾ ਭਲਾ ਹੈ, ਤੁਹਾਡੀ ਮੁਕਤੀ ਹੈ ਭਾਈ। ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ। ਕਹੋ ਨਾਨਕ ਬਹਾਨ ਉਡਾਈ ਹੈ। ਰੱਬ ਦੀ ਦਰਗਾਹ ਦੇ ਵਿੱਚ ਜੇ ਤੁਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਭਾਈ ਦੁਨੀਆ ਵਿੱਚ ਸੇਵਾ ਕਰੋ, ਤੇ ਸੇਵਾ ਹਮੇਸ਼ਾ ਹੀ ਨਿਸ਼ਕਾਮ ਹੁੰਦੀ ਹੈ। ਲਾਲਚ ਦੇ ਅਧੀਨ ਸੇਵਾ ਨਹੀਂ ਹੋ ਸਕਦੀ। ਉਹ ਵਪਾਰ ਬਣ ਜਾਏਗਾ, ਉਹ ਤਜਾਰਤ ਬਣ ਜਾਏਗੀ। ਹਾਂਜੀ। ਕਰੋ ਸਤ ਸੰਗੰ ਚਿਰੰਕਾਲ ਹੇਤਾ, ਹਿਰਦਾ ਸ਼ੁੱਧ ਹੋਵੈ ਭਜੋ ਨਾਮ ਸਵੇਤਾ। ਜਦੋਂ ਲੰਬਾ ਸਮਾਂ ਸਤਸੰਗ ਕਰੋਗੇ, ਬੱਧਾ ਚੱਟੀ ਨਹੀਂ ਕਰੋਗੇ। ਸੰਗਤ ਕਰਨੀ ਤਾਂ ਘੜੀ ਵੇਖ ਕੇ ਨਹੀਂ ਕਰਨੀ। ਸੰਗਤ ਵਿੱਚ ਬੈਠਣ ਦਾ ਅਰਥ ਹੈ ਵੀ ਪਤਾ ਹੀ ਨਾ ਲੱਗੇ ਸਮਾਂ ਕਦੋਂ ਬਤੀਤ ਹੋ ਗਿਆ। ਇੰਨੇ ਪਿਆਰ ਵਿੱਚ ਜਦੋਂ ਸੰਗਤ ਕਰੋਗੇ, ਹਿਰਦਾ ਸ਼ੁੱਧ ਹੋਵੇਗਾ, ਤੇ ਜਦੋਂ ਸ਼ੁੱਧ ਹਿਰਦੇ ਦੇ ਨਾਲ
ਉਸ ਪਵਿੱਤਰ ਨਾਮ ਵਾਲੇ ਪਰਮਾਤਮਾ ਦੀ ਭਗਤੀ ਕਰੋਗੇ। ਦੇਖੋ, ਜੇ ਤੁਹਾਡਾ ਆਪਣਾ ਹਿਰਦਾ ਸ਼ੁੱਧ ਨਹੀਂ ਤੇ ਪਰਮਾਤਮਾ ਨੂੰ ਸਿਮਰਿਆ ਨਹੀਂ ਜਾ ਸਕਦਾ। ਹਿਰਦੇ ਕਪਟ, ਮੁਖ ਗਿਆਨੀ, ਝੂਠੇ ਕਹਾਂ ਬਲੋਵਸ ਪਾਨੀ, ਉਹ ਭਗਤੀ ਨਹੀਂ ਬਣ ਪਾਏਗੀ। ਹਾਂਜੀ। ਕਹੇ ਬੈਣ ਐਸੇ ਪਦੰਗ ਧੋਏ ਦੀਨੀ, ਕਰੀ ਧਰਮਸ਼ਾਲੰਗ ਭਲੀ ਰੀਤ ਚੀਨੀ। ਇੱਥੇ ਫਿਰ ਸਤਿਗੁਰੂ ਜੀ ਨੇ ਚਰਨ ਪੌਲ ਬਖਸ਼ੀ। ਇਸ ਦੇਸ਼ ਦੇ ਰਾਜੇ ਨੂੰ ਆਪਣਾ ਸਿੱਖ ਬਣਾਇਆ। ਰਾਜੇ ਨੇ ਫਿਰ ਉੱਥੇ ਧਰਮਸ਼ਾਲਾ ਬਣਾਈ, ਜਿੱਥੇ ਨਗਰੀ ਦੇ ਲੋਕ ਰੱਬ ਨੂੰ ਪਿਆਰ ਕਰਨ ਵਾਸਤੇ, ਰੱਬ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਣੇ ਸ਼ੁਰੂ ਹੋਏ, ਦੀਵਾਨ ਸਜਣਾ ਸ਼ੁਰੂ ਹੋ ਗਿਆ। ਹਾਂਜੀ। ਕਿਤੇ ਦਿਉਸ ਬਾਸੇ ਚਲੇ ਔਰ ਦੇਸ਼ਾ, ਕਲੀ ਕਾਲ ਕੇ ਤਾਰ ਬੇਜਾਹੇ ਬੇਸਾ। ਜਿਹੜੇ ਸਤਿਗੁਰੂ ਪਾਪਾਂ ਦੇ ਇਸ ਵਕਤ ਵਿੱਚ ਦੁਨੀਆ ਨੂੰ ਤਾਰਨ ਵਾਸਤੇ ਤੁਰੇ ਨੇ, ਉਹ ਫਿਰ ਇਸ ਨਗਰੀ ਤੋਂ ਅੱਗੇ ਚੱਲੇ ਨੇ। ਰਾਜੇ ਨੂੰ ਚਰਨ ਪੌਲ ਬਖਸ਼ੀ ਹੈ, ਰਾਜੇ ਦੇ ਕੋਲੋਂ ਧਰਮਸ਼ਾਲਾ ਬਣਵਾਈ ਹੈ, ਤੇ ਅੱਗੇ ਸਤਿਗੁਰੂ ਚੱਲਦੇ ਬਣੇ। ਉੱਥੋਂ ਫਿਰ ਸਤਿਗੁਰੂ ਜੀ ਨੇ ਅੱਗੇ ਪ੍ਰਸਥਾਨ ਕੀਤਾ। ਹਾਂਜੀ। ਲਏ ਸੰਗ ਮੋਕ ਚਲੇ ਜਾਹੇ ਤੀਨੋ, ਅਗੰਗ ਦੰਭ ਭਾਰੋ ਸ਼ਿਤੰਗ ਹੀਨ ਕੀਨੋ। ਲਏ ਸੰਗ ਮੋਕੋ ਚਲੇ ਜਾਹੇ ਤੀਨੋ, ਅੱਗੇ ਅੱਗੇ ਸਤਿਗੁਰੂ ਨੇ, ਮਗਰ ਸਤਿਗੁਰਾਂ ਦੇ ਸੇਵਕ ਨੇ। ਹਾਂਜੀ। ਜਹ ਨਾਮ ਮਨ ਪਾਪਿਕ ਦੇਸ਼ ਅਹੇ, ਹਰ ਨਾਮ ਬਹੀਨ ਅਤੀਨ ਰਹੇ। ਉਹ ਸਤਿਗੁਰੂ ਜਿਹੜੇ ਪਾਪਾਂ ਦੇ ਦੰਭ ਦੇ ਇਸ ਪਖੰਡ ਨੂੰ ਇਸ ਧਰਤੀ ਤੋਂ ਮੁਕਾਉਣ ਦੇ ਸਮਰੱਥ ਨੇ, ਜਿਹੜੇ ਸਤਿਗੁਰੂ ਕਿਰਪਾ ਕਰਦੇ ਨੇ। ਔਰ ਇਹ ਜਿਹੜੇ ਪਾਪ ਨੇ, ਇਹਨਾਂ ਨੂੰ ਪ੍ਰਿਥਵੀ ਤੋਂ ਖਤਮ ਕਰਨ ਦੀ ਸ਼ਕਤੀ ਰੱਖਦੇ ਨੇ। ਕਵੀ ਜੀ ਕਹਿੰਦੇ ਨੇ, ਜਿਹ ਨਾਮ ਮੁਨਾਫਕ ਦੇਸ਼ ਹੈ। ਇਸ ਦੇਸ਼ ਤੋਂ ਬਾਅਦ ਅਗਲਾ ਦੇਸ਼ ਆ ਗਿਆ, ਉਹਦਾ ਨਾਮ ਮੁਨਾਫਕ ਦੇਸ਼ ਹੈ। ਹਰ ਨਾਮ ਬਹੀਨ ਅਧੀਨ ਰਹੇ। ਇੱਥੇ ਕੋਈ ਬੰਦਾ ਰੱਬ ਨੂੰ ਨਹੀਂ ਮੰਨਦਾ। ਇੱਥੇ ਕਿਸੇ ਬੰਦੇ ਨੂੰ ਨਹੀਂ ਪਤਾ ਵੀ ਰੱਬ ਵੀ ਕੋਈ ਸ਼ਕਤੀ ਹੈ, ਜਾਂ ਰੱਬ ਦੀ ਵੀ ਕੋਈ ਪਾਵਰ ਹੈ, ਜਾਂ ਰੱਬ ਵੀ ਕੋਈ ਹੈ ਇਸ ਧਰਤੀ ਤੇ। ਭਾਈ ਨਹੀਂ, ਕਿਸੇ ਨੂੰ ਨਹੀਂ ਪਤਾ। ਸਭ ਲੋਕ ਇਸ ਮੁਨਾਫਕ ਦੇਸ਼ ਦੇ ਰਾਜੇ ਦੇ ਅਧੀਨ ਸਨ। ਉਹ ਆਪਣੇ ਰਾਜੇ ਨੂੰ ਹੀ ਰੱਬ ਸਮਝਦੇ ਸਨ। ਹਾਂਜੀ। ਸਤ ਸੰਗਤ ਰੀਤ ਨ ਕਾਨ ਸੁਣੀ, ਸਭ ਮੂਰਖ ਮਾਨਵ ਕੋ ਨਾ ਗੁਣੀ। ਇਹਨਾਂ ਲੋਕਾਂ ਨੇ ਕਦੇ ਸਤ ਸੰਗ ਸੁਣਿਆ ਹੀ ਨਹੀਂ। ਇਹਨਾਂ ਨੂੰ ਸਤ ਸੰਗਤ ਦੇ ਬਾਰੇ ਕੋਈ ਜਾਣਕਾਰੀ ਵੀ ਨਹੀਂ। ਕੰਨਾਂ ਦੇ ਨਾਲ ਇਹਨਾਂ ਨੇ ਕਦੇ ਰੱਬ ਦਾ ਨਾਂ ਸੁਣਿਆ ਨਹੀਂ, ਜੀਭਾਂ ਨਾਲ ਕਦੇ ਰੱਬ ਦਾ ਨਾਂ ਸਿਮਰਿਆ ਨਹੀਂ, ਕਦੇ ਵੀ। ਸਭ ਮੂਰਖ ਮਾਨਵ ਕੋ ਨਾ ਗੁਣੀ, ਗੁਣ ਕਿਸੇ ਵਿੱਚ ਨਹੀਂ ਹੈ, ਸਭ ਮੂਰਖ ਨੇ। ਰਾਜੇ ਨੂੰ ਹੀ ਰੱਬ ਸਮਝਦੇ ਨੇ, ਰਾਜੇ ਦੀ ਪੂਜਾ ਕਰਦੇ ਨੇ, ਰਾਜੇ ਦਾ ਹੀ ਨਾਂ ਸਿਮਰਦੇ ਨੇ। ਹਾਂਜੀ। ਕਰਤਾਰ ਨ ਜਾਣੈ ਕੌਣ ਕਹਾਂ, ਘਰ ਕਾਜ ਰਚੇ ਤਮ ਮੋਹ ਮਹਾ। ਕਰਤਾਰ ਨ ਜਾਣੇ ਕੌਣ ਕਹਾਂ, ਰੱਬ ਨਹੀਂ ਜਾਣਦਾ। ਇੱਥੇ ਕੋਈ ਬੰਦਾ ਜਿਹੜਾ ਰੱਬ ਨੂੰ ਨਹੀਂ ਜਾਣਦਾ। ਘਰ ਕਾਜ ਰਚੇ ਤਮ ਮੋਹ ਮਹਾ। ਇਹਨਾਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਐਸੇ ਕਾਰਜ ਬਣਾਏ ਹੋਏ ਨੇ ਕਿ ਹਰ ਪਾਸੇ ਮੋਹ ਹੀ ਮੋਹ ਹੈ। ਇਹ ਲੋਕ ਮੋਹ ਮਮਤਾ ਦੇ ਵਿੱਚ ਭਰੇ ਹੋਏ ਨੇ, ਰੱਬ ਨੂੰ ਨਹੀਂ ਜਾਣਦੇ, ਰੱਬ ਤੋਂ ਬਿਲਕੁਲ ਅਭੇਦ ਨੇ। ਹਾਂਜੀ।
ਭਗਤੀ ਬਿਨ ਭੂਲ ਪੁਵਾਰ ਪਰੇ, ਨਰ ਮੂਰਖ ਚੀਨ ਨ ਨਾਮ ਹਰੇ। ਇੱਥੋਂ ਦੇ ਇਸ ਦੇਸ਼ ਦੇ ਲੋਕ ਮੂਰਖ ਨੇ, ਨਾ ਰੱਬ ਬਾਰੇ ਜਾਣਦੇ ਨੇ, ਨਾ ਰੱਬ ਦੇ ਨਾਮ ਬਾਰੇ ਜਾਣਦੇ ਨੇ ਕੁਝ। ਇਹ ਭਗਤੀ ਬਿਨ ਭੂਲ ਪੁਵਾਰ ਪਰੇ, ਭਗਤੀ ਤੋਂ ਬਿਨਾ ਇਹ ਦੁਨੀਆ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਗਵਾਚੇ ਹੋਏ ਨੇ। ਇਸੇ ਕਰਕੇ ਨਰ ਮੂਰਖ ਚੀਨ ਨਾ ਨਾਮ ਹਰੇ, ਕਦੇ ਵੀ ਇਹਨਾਂ ਦੇ ਮੂੰਹ ਤੋਂ ਹਰੀ ਨਹੀਂ ਨਿਕਲਿਆ, ਕਦੇ ਇਹਨਾਂ ਦੇ ਮੂੰਹ ਤੋਂ ਰਾਮ ਨਹੀਂ ਨਿਕਲਿਆ। ਹਾਂਜੀ, ਕਰਨਾ ਕਰ ਹੇਰ ਭਈ ਕਰੁਣਾ, ਇਸ ਦੇਸ਼ ਨ ਕੀਰਤ ਆਚਰਨਾ। ਕਰੁਣਾ ਕਰ ਹੇਰ ਭਈ ਕਰੁਣਾ, ਗੁਰੂ ਨੇ ਕਿਰਪਾ ਕੀਤੀ, ਸਤਿਗੁਰੂ ਜੀ ਨੇ ਮਿਹਰ ਵਰਤਾਈ। ਇਸ ਦੇਸ਼ ਨਾ ਕੀਰਤ ਆਚਰਣਾ, ਕਹਿੰਦੇ ਕਦੇ ਇੱਥੋਂ ਦੇ ਲੋਕਾਂ ਦਾ ਸ਼ੁਭ ਆਚਰਣ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੇ ਇੱਥੇ ਚਰਨ ਪਾਏ ਨੇ। ਹਾਂਜੀ, ਪਰ ਲੋਕੈ ਕੀ ਸੁਧ ਏਕ ਨਹੀਂ, ਸਭ ਨਾਰਕ ਜਾਵਹਿ ਦੁਖ ਸਹੀ। ਇਹਨਾਂ ਨੂੰ ਪਰਲੋਕ ਦੀ ਕੋਈ ਖਬਰ ਨਹੀਂ ਵੀ ਇਸ ਲੋਕ ਤੋਂ ਅੱਗੇ ਵੀ ਕੋਈ ਲੋਕ ਹੈਗਾ। ਸਾਡੇ ਵਿੱਚ ਵੀ ਅੱਜ ਬੜੇ ਸਾਰੇ ਲੋਕ ਨੇ, ਉਹ ਸਿਰਫ ਇਹੀ ਸਮਝਦੇ ਨੇ ਵੀ ਇਹ ਜੱਗ ਮਿੱਠਾ, ਅਗਲਾ ਕਿਸ ਡਿੱਠਾ। ਉਹ ਸਮਝਦੇ ਨੇ ਬਸ ਇਹੀ ਦੁਨੀਆ ਦੁਨੀਆ, ਹੋਰ ਕੋਈ ਦੁਨੀਆ ਨਹੀਂ ਹੈ। ਸਤਿਗੁਰੂ ਕਹਿੰਦੇ ਨਹੀਂ ਭਾਈ, ਇਹ ਤਾਂ ਲੋਕ ਹੈ, ਅੱਗੇ ਪਰਲੋਕ ਵੀ ਹੈ। ਇਸ ਕਰਕੇ ਕਰੁਣਾ ਕਰ ਹੇਰ ਭਈ ਕਰੁਣਾ, ਇਸ ਦੇਸ਼ ਨਾ ਕੀਰਤ ਆਚਰਨਾ, ਪਰ ਲੋਕੈ ਕੀ ਸੁਧ ਏਕ ਨਹੀਂ, ਸਭ ਨਾਰਕ ਜਾਵੇਂ ਦੁਖ ਸਹੀ। ਸਤਿਗੁਰੂ ਜੀ ਨੇ ਕੀ ਵੇਖਿਆ ਕਿ ਇਹਨਾਂ ਲੋਕਾਂ ਨੂੰ ਤਾਂ ਰੱਬ ਦੀ ਸੋਧ ਹੀ ਕੋਈ ਨਹੀਂ, ਖਬਰ ਹੀ ਕੋਈ ਨਹੀਂ ਹੈ, ਇਹ ਤੇ ਸਾਰੇ ਨਰਕਾਂ ਨੂੰ ਜਾਣਗੇ। ਸਤਿਗੁਰੂ ਜੀ ਨੂੰ ਤਰਸ ਆ ਗਿਆ। ਵੇਖੋ, ਤਰਸ ਦੇ ਅਰਥ ਇਹ ਨੇ, ਦਇਆ ਦੇ ਅਰਥ ਇਹ ਨੇ, ਪਰਉਪਕਾਰ ਦੇ ਅਰਥ ਇਹ ਨੇ ਕਿ ਜਦੋਂ ਤੁਸੀਂ ਕਿਸੇ ਨੂੰ ਇਹ ਵੇਖੋ ਕਿ ਉਹਦਾ ਨੁਕਸਾਨ ਹੋ ਰਿਹਾ, ਉਹ ਗਲਤ ਰਸਤੇ ਤੇ ਜਾ ਰਿਹਾ ਹੈ, ਉਹਦੀ ਮਦਦ ਕਰੋ। ਇੱਕ ਅਸੀਂ ਕਥਾ ਸੁਣਦੇ ਹਾਂ ਨਾ ਕਿ ਕੋਈ ਸੰਤ ਜਾ ਰਿਹਾ ਸੀ, ਉਹਨੇ ਪਾਣੀ ਵਿੱਚ, ਨਦੀ ਵਿੱਚ ਰੁੜਦਾ ਠੂਆ ਵੇਖਿਆ, ਕੱਢਣ ਦੀ ਕੋਸ਼ਿਸ਼ ਕੀਤੀ ਕਿ ਇੱਦਾਂ ਹੀ ਪਾਣੀ ਵਿੱਚ ਰੁੜਦਾ ਗਿਆ ਤੇ ਮਰ ਜਾਏਗਾ, ਕਿਉਂਕਿ ਪਾਣੀ ਦਾ ਜੀਵ ਤਾਂ ਹੈ ਨਹੀਂ। ਪਰ ਜਦੋਂ ਵੀ ਸੰਤ ਹੱਥ ਦੇ ਨਾਲ ਠੂਏ ਨੂੰ ਬਾਹਰ ਕੱਢਦੇ ਨੇ, ਉਹ ਜਿਵੇਂ ਹੀ ਪਾਣੀ ਤੋਂ ਨਿਕਲ ਕੇ ਹੱਥ ਤੇ ਚੜ੍ਹਦਾ ਹੈ, ਉਹ ਨਾਲ ਹੀ ਡੰਗ ਮਾਰ ਦਿੰਦਾ ਹੈ। ਹੁਣ ਠੂਏ ਦਾ ਡੰਗ ਬਹੁਤ ਤੇਜ਼ ਹੈ ਤੇ ਨਤੀਜਾ ਕਿ ਉਸ ਸੰਤ ਨੂੰ ਦਰਦ ਵੀ ਬਹੁਤ ਹੁੰਦੀ ਹੈ, ਉਹਦੇ ਹੱਥ ਤੋਂ ਖੂਨ ਵੀ ਵਗਦਾ ਹੈ। ਜਦੋਂ 1 2 4 ਵਾਰੀ ਹੋ ਗਿਆ ਤੇ ਜਿਹੜੇ ਉਹਦੇ ਨਾਲ 1 2 ਚੇਲੇ ਹੋਣਗੇ, ਉਹ ਕਹਿਣ ਲੱਗੇ, ਸੰਤ ਜੀ ਕਿਹੜੇ ਚੱਕਰ 'ਚ ਪਏ ਹੋ ਤੁਸੀਂ, ਛੱਡੋ ਪਰਾਂ, ਮਰਨ ਦਿਓ ਇਸ ਨੂੰ, ਇਹ ਨਹੀਂ ਨਿਕਲਣਾ ਚਾਹੁੰਦਾ ਤੇ ਤੁਹਾਨੂੰ ਕੱਢਣ ਦੀ ਕੀ ਲੋੜ ਹੈ। ਤੇ ਸਤਿਗੁਰੂ ਨੇ ਜਿਹੜਾ ਸ਼ਬਦ ਬਾਣੀ ਦੇ ਵਿੱਚ ਸਾਨੂੰ ਬਖਸ਼ਿਆ ਹੈ, ਭਗਤ ਬਾਣੀ ਦਾ ਸ਼ਬਦ ਹੈ, ਕਬੀਰ ਸੰਤ ਨ ਛੋੜੈ ਸੰਤ ਹੀ, ਜੋ ਕੋਟਕ ਮਿਲੈ ਅਸੰਤ। ਉੱਥੇ ਉਸ ਕਥਾ ਦੇ ਵਿੱਚ ਕਥਾ ਸੁਣਾਉਣ ਵਾਲੇ ਜਿਹੜੇ ਵਿਦਵਾਨ ਨੇ, ਉਹ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਉਹ ਸੰਤ ਕਹਿਣ ਲੱਗਾ, ਵੇਖ ਭਾਈ, ਇਹ ਤੇ ਠੂਆ ਹੈ, ਅਗਰ ਇਹ ਆਪਣਾ ਸੁਭਾਅ ਨਹੀਂ ਛੱਡਦਾ, ਡੰਗ ਮਾਰਨ ਵਾਲਾ, ਤੇ ਮੈਂ ਤੇ ਇੱਕ ਸਾਧੂ ਹਾਂ, ਸੰਤ ਹਾਂ, ਮੈਂ ਆਪਣਾ ਸੁਭਾਅ ਕਿਉਂ ਛੱਡਾਂ। ਇਹਦਾ ਸੁਭਾਅ ਹੈ ਮਾੜਾ ਕਰਨਾ, ਮੇਰਾ ਸੁਭਾਅ ਹੈ ਚੰਗਾ ਕਰਨਾ। ਮੈਂ ਆਪਣੇ ਚੰਗੇ ਸੁਭਾਅ ਨੂੰ ਕਿਉਂ ਬਦਲਾਂ, ਮੈਂ ਤੇ ਕੱਢਾਂਗਾ ਇਹਨੂੰ।
इन्हें जिन्हें डंग मारने ने मार लवे। अगर गुरु नानक साहब साडे वर्गे होंदे ना तो आराम नाल अपने घर बहिंदे ते जगत तमाशा वेखदे, दुनिया ते साड़ी रही सी। पर सतगुरु जी सहार नहीं सके। बाबा देखे ध्यान धर, जलती सब पृथ्वी दिस आई, बाजो गुरु गुबार है कर दी सुनी लुकाई, बाबे भेख बनाया उदासी की रीत चलाई, चढ़िया सोधन धरत लुकाई। दुनिया का भला करने वास्ते तुर पे। हुण दुनिया का भला करने लई उन्होंने अपना घर भी छड्डिया। और यह भी सच है कि माता सुलखणी पेके रही, एक साहिबजादा माता जी कोल रहा, एक साहिबजादा बीबी नानकी कोल रहा। माता पिता तलवंडी रहिंदे सी। माता पिता तलवंडी रहिंदे सी, भैन सुल्तानपुर रहिंदी सी ते जिहड़े सतगुरु दे महल सी वो अपने पिता जी कोल बटाले रहन लग पे। फिर जाके जिन्हों अचल बटाला कहने आप, वो जाके अपने पेके रहे। तो इस कथा दे विच आउंदा है कि पर लोकें की सुध एक नहीं, सब नारक जावें दुख सही। ये तो सारे ही लोग नरकां नूं जाणगे। इसे करके सतगुरु जी फिर ये परोपकार की यात्रा आरंभ करते हैं। जदों इस नगरी विच आए, ये तो होर आने का कारण कोई नहीं सीगा। किथे ननकाना साहब, किथे जगन्नाथपुरी, फिर जगन्नाथपुरी तो अगे समुंदर के कंढे कंढे, फिर अगे जंगल, फिर अगे एक होर देश, फिर अगे फिर अगला देश आउंदा है जिथे हुण सतगुरु जी पहुंचे ने। इहदा नाम है मुनाफिक। हाँ जी। पिख एक केदार उदार तहां, गुर बैठ गए तट ताहे जहां। इत्थे सतगुरु ने एक खेत वेखिया, उस खेत दे कंढे ते बह गए। विचकार नहीं बैठे खेत दे, एक जमीन है, पैली है, एक धरती का खेतीबाड़ी वाला एक प्लाट है। उहदी सतगुरु एक नुक्कर ते बैठ गए। उहदे एक कोने दे विच सतगुरु जी जाके बिराजे ने। हाँ जी। एक ठाकर ईदन तूम कियो, दरवेश सुबेश शरीर लियो। की कीता? उस खेत दियां जेड़े कोई ईंधन सी, लकड़ियां सी, जिहड़ा उत्थे कोई घाह फूस होएगा, बालन होएगा, वो इकट्ठा कर लिया ते भाई मरदाने होरां नूं कहा भी इहनूं अग ला दिओ। बई उहनूं अग ला दित्ती। आप सतगुरु जी जेड़े ने वो दरवेश ने, फकीरी स्वरूप दे विच सतगुरु समाधि ला के बैठे ने। खेत दे विचों धुआं निकले है जिहड़ा उस देश के लोगों ने भी वेख्या। हाँ जी। तिस देश कुरीत होती जो सुनो, शित पालक पूजै राम मनो। इस नगरी दे विच एक कुरीति हुंदी सी। कुरीति की है कि उथों दा राजा अपनी पूजा कराउंदा सी, उथों दे लोग राजे की पूजा करते सी। बस इनू इदां ही समझ लेना भी मेरे वर्गा मत्थे टकावे ये भी पाप है, तो जे तुहाडे वर्गा कोई मत्था टेके तो वह भी पाप है। ये जरूर चेता रखना। बंदा अपनी पूजा खुद करावे या बंदे की पूजा कोई करे, ये दोवें पाप ने।
ਸਿੱਖ ਧਰਮ ਦੇ ਅਸੂਲਾਂ ਦੇ ਮੁਤਾਬਕ ਬੰਦੇ ਦੀ ਪੂਜਾ ਨਹੀਂ ਹੋ ਸਕਦੀ, ਕਿਸੇ ਨੂੰ ਵੀ ਨਹੀਂ ਚਾਹੀਦੀ। ਇਹ ਮਤ ਸੋਚਣਾ ਵੀ ਗੁਰਦੁਆਰੇ ਮੱਥਾ ਨਹੀਂ ਟੇਕਣਾ ਚਾਹੀਦਾ ਜੀ, ਬਾਹਰ ਜਾ ਕੇ ਟੇਕ ਦਿਓ, ਬਾਹਰ ਜਾ ਕੇ ਵੀ ਨਹੀਂ ਟੇਕਣਾ ਚਾਹੀਦਾ। ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਚਾਹੀਦਾ ਹੈ। ਲੜ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੱਗਣਾ ਚਾਹੀਦਾ ਹੈ। ਵੇਖੋ ਸਾਡੇ ਨਾਲੋਂ ਤਾਂ ਬੱਚੇ ਵੀ ਸਿਆਣੇ ਨੇ, ਬੱਚੇ ਸਕੂਲ ਜਾਂਦੇ ਨੇ, ਬੱਚੇ ਟੀਚਰਾਂ ਤੋਂ ਪੜ੍ਹਦੇ ਨੇ, ਉਹ ਟੀਚਰਾਂ ਦਾ ਆਦਰ ਮਾਣ ਵੀ ਕਰਦੇ ਨੇ। ਪਰ ਸਾਡੇ ਵਾਲਾ ਕੰਮ ਨਹੀਂ ਹੈ। ਬੱਚੇ ਟੀਚਰਾਂ ਕੋਲੋਂ ਪੜ੍ਹਦੇ ਨੇ, ਪੜ੍ਹ ਕੇ ਕੀ ਹੈ, ਆਪ ਟੀਚਰ ਬਣ ਜਾਂਦੇ ਨੇ, ਟੀਚਰਾਂ ਦੇ ਉੱਤੇ ਵੀ ਪ੍ਰਿੰਸੀਪਲ ਬਣ ਜਾਂਦੇ ਨੇ। ਪਰ ਅਸੀਂ ਸਾਰੀ ਉਮਰ ਆਪ ਕੁਝ ਨਹੀਂ ਕਰਨਾ ਚਾਹੁੰਦੇ। ਬਾਬਾ ਜੀ ਨੂੰ ਮੱਥਾ ਟੇਕਿਆ, ਮਾਇਆ ਰੱਖੀ, ਆਖਿਆ ਬਾਬਾ ਜੀ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਉਹ ਜਿਹਾ ਮੇਰੇ ਵਰਗਾ ਮੱਥੇ ਟਿਕਾਉਣ ਵਾਲਾ, ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ, ਤਿੱਕਲ ਬੰਨੇ ਛੱਜ। ਚੂਹਾ ਪਹਿਲਾਂ ਹੀ ਮਿਆਉਂਦਾ ਨਹੀਂ ਸੀ ਖੁੱਡ ਵਿੱਚ, ਮਸਾਂ ਹੀ ਵੜਦਾ ਸੀ। ਹੁਣ ਉਹਨੇ ਮਗਰ ਇੱਕ ਪੂਛ ਵੀ ਲਾ ਲਿਆ ਜੀ, ਆਪਾਂ ਵੀ ਗੁਰੂ ਹੁੰਨੇ ਆ। ਇਹ ਬੜੀ ਵਧੀਆ ਇੱਕ ਕਹਾਵਤ ਬਣੀ ਹੋਈ ਹੈ ਕਿ ਚੂਹੇ ਇਕੱਠੇ ਹੋਏ, ਕਹਿਣ ਲੱਗੇ ਬੜੀ ਵੱਡੀ ਮੁਸੀਬਤ ਹੈ, ਬਿੱਲੀ ਮਾਸੀ ਆਉਂਦੀ ਹੈ ਤੇ ਕੋਈ ਨਾ ਕੋਈ ਸਾਡਾ ਭੈਣ ਭਰਾ ਰੋਜ਼ ਹੀ ਖਾ ਜਾਂਦੀ ਹੈ, ਤੇ ਕਿਉਂ ਨਾ ਹੋਵੇ ਵੀ ਆਪਾਂ ਸਾਰੇ ਪ੍ਰਬੰਧ ਕਰੀਏ। ਸਾਡਾ ਇੱਕ ਮੁਖੀ ਹੋਵੇ, ਉਹ ਇਸ ਜ਼ਿੰਮੇਵਾਰੀ ਨੂੰ ਸਮਝੇ, ਕੋਈ ਵਿਉਂਤ ਵੀ ਬਣਾਵੇ ਵੀ ਬਿੱਲੀ ਦਾ ਮੁਕਾਬਲਾ ਕਿਵੇਂ ਕਰਨਾ ਹੈ। ਹੁਣ ਕੀ ਹੋਇਆ, ਛੱਜ ਲਿਆਂਦਾ ਤੇ ਉਹ ਜਿਹੜਾ ਇੱਕ ਮੁਖੀਆ ਸੀ, ਨੰਬਰਦਾਰ ਸੀ, ਉਹਦੀ ਪੂਛਲ ਨਾਲ ਬੰਨ੍ਹ ਦਿੱਤਾ। ਉਧਰੋਂ ਦੇਵ ਨੇ ਤੇ ਬਿੱਲੀ ਵੀ ਆ ਗਈ। ਜਦੋਂ ਉਹਨੇ ਮਿਆਉਂ ਕੀਤਾ, ਚੂਹੇ ਭੱਜ ਗਏ। ਹੁਣ ਜਿਹੜਾ ਨੰਬਰਦਾਰ ਸੀ ਭੱਜਿਆ ਤੇ ਉਹ ਵੀ। ਹੁਣ ਉਹ ਖੁੱਡ ਵਿੱਚ ਵੜਦਾ ਤੇ ਜਿਹੜਾ ਪੂਛ ਦੇ ਨਾਲ ਛੱਜ ਬੱਧਾ ਸੀ ਉਹ ਅੰਦਰ ਵੜਨ ਨਹੀਂ ਦਿੰਦਾ। ਹੁਣ ਅੰਦਰਲੇ ਚੂਹੇ ਕਹਿੰਦੇ ਨੇ ਕਿ ਨੰਬਰਦਾਰ ਜੀ ਆ ਜਾਓ। ਤੋ ਨੰਬਰਦਾਰੀ ਫਿਰ ਕਹਿੰਦਾ ਮੈਂ ਤੇ ਹੋਣਾ, ਪਰ ਨੰਬਰਦਾਰੀ ਨਹੀਂ ਆਉਣ ਦਿੰਦੀ। ਜਿਹੜਾ ਪੂਛ ਨਾਲ ਛੱਜ ਬੰਨਿਆ ਉਹ ਨਹੀਂ ਅੰਦਰ ਵੜਨ ਦਿੰਦਾ। ਹੁਣ ਸਾਡੀ ਹਾਲਤ ਇਹ ਹੈ ਵੀ ਬੰਦਿਆ, ਤੇਰੇ ਕੋਲੋਂ ਆਪਣੇ ਤੋਂ ਇੰਨੀਆਂ ਭੁੱਲਾਂ ਹੁੰਦੀਆਂ ਨੇ, ਇਹਨਾਂ ਤੋਂ ਔਗਣਾਂ ਦਾ ਭਰਿਆ ਹੋਇਆ ਹੈ, ਤੇ ਤੂੰ ਕਿਵੇਂ ਇਹ ਭੁਲੇਖਾ ਪਾਲਦਾ ਵੀ ਮੈਂ ਲੋਕਾਂ ਨੂੰ ਮੁਕਤੀ ਵੀ ਦੇ ਦਿਆਂਗਾ, ਮੈਂ ਲੋਕਾਂ ਦੇ ਕਾਜ ਵੀ ਸਵਾਰ ਦਿਆਂਗਾ, ਮੈਂ ਲੋਕਾਂ ਦੇ ਦੁੱਖ ਵੀ ਕੱਟ ਦਿਆਂਗਾ। ਇਹ ਤੂੰ ਕਿੱਦਾਂ ਸੋਚ ਲਿਆ ਭਾਈ? ਤੇਰੇ ਕੋਲੋਂ ਇਹ ਗੱਲਾਂ ਕਿਵੇਂ ਹੋ ਸਕਦੀਆਂ ਨੇ? ਇਸ ਮੁਨਾਫਕ ਇਸ ਦੇਸ਼ ਦੇ ਵਿੱਚ ਸਭ ਤੋਂ ਵੱਡਾ ਪਾਪ ਇਹ ਸੀ ਕਿ ਰਾਜਾ ਆਪਣੀ ਪੂਜਾ ਕਰਾਉਂਦਾ ਸੀ, ਲੋਕ ਉਹਦੀ ਕਰਦੇ ਸੀ। ਰਾਜਾ ਆਪਣੇ ਆਪ ਨੂੰ ਰਾਮ ਹਰੀ ਬਣਾ ਕੇ ਬੈਠਾ ਸੀ, ਦੁਨੀਆ ਮੰਨ ਕੇ ਬੈਠੀ ਸੀ ਵੀ ਇਹੋ ਹੀ ਰਾਮ ਹੈ, ਇਹੋ ਹੀ ਹਰੀ ਹੈ, ਇਹ ਹੀ ਰੱਬ ਹੈ। ਸਤਿਗੁਰੂ ਕਹਿੰਦੇ ਨੇ ਇਹ ਸਭ ਤੋਂ ਵੱਡੀ ਭੁੱਲ ਸੀ ਉੱਥੇ, ਇਹ ਸਭ ਤੋਂ ਵੱਡਾ ਪਾਪ ਹੈ। ਵੇਖੋ, ਰੱਬ ਦੇ ਹੁੰਦਿਆਂ ਕਿਸੇ ਨੂੰ ਰੱਬ ਮੰਨੋਗੇ, ਕੌਣ ਮੰਨਣ ਦੇਗਾ? ਅਗਰ ਉਹ ਰੱਬ ਕਿਤੇ ਹੋਏਗਾ ਤੇ ਉਹ ਤੁਹਾਨੂੰ ਸ਼ਰੀਕ ਬਣਨ ਦੇਵੇਗਾ ਆਪਣਾ? ਇੱਕ ਸ਼ਬਦ ਸਾਡੇ ਵਿੱਚ, ਉਹ ਸ਼ਬਦ ਹੈ ਪਰਸਨੈਲਿਟੀ ਕ੍ਰੈਸ਼। ਬੜਾ ਖਤਰਨਾਕ ਹੈ। ਜਿੰਨਾ ਦੁਨੀਆ ਦਾ ਝਗੜਾ ਉਹਦੇ ਵਿੱਚ ਬਹੁਤੀਆਂ ਚੀਜ਼ ਇੱਥੇ ਆ ਕੇ ਅੜ ਜਾਂਦੀ ਹੈ ਕਿ ਲੋਕ ਆਪਸ ਦੇ ਵਿੱਚ ਆਪਣੀਆਂ ਅਹੁਦੇਦਾਰੀਆਂ, ਆਪਣੀਆਂ ਤਾਜਦਾਰੀਆਂ ਅੜਾ ਕੇ ਬਹਿ ਜਾਂਦੇ ਨੇ ਲੋਕ। ਸਾਡਾ ਸਿੱਖਾਂ ਦਾ ਵੀ ਤੇ ਇਹੀ ਮਸਲਾ ਹੈ। ਉਹ ਕਹਿੰਦੇ ਨੇ ਨਾ ਵੀ ਇਸੇ ਇਕੱਠੇ ਕਿਉਂ ਨਹੀਂ ਹੁੰਦੇ? ਉਹ ਕਹਿੰਦੇ ਇਕੱਠੇ ਕਿਵੇਂ ਹੋਣ, ਸਾਰੇ ਸਰਦਾਰ ਨੇ। ਵੀ ਜੇ ਤੇ ਇੱਕ ਸਰਦਾਰ ਹੋਵੇ ਤੇ ਉਹਦੇ ਮਗਰ ਇਕੱਠੇ ਹੋ ਜਾਣ ਸਾਰੇ, ਵੀ ਚਲੋ ਜੀ ਇਹ ਸਰਦਾਰ ਹੈ,
ਬਾਕੀ ਅਸੀਂ ਇਹਦੇ ਨਾਲ ਆ। ਉਹ ਕਹਿੰਦਾ ਇਹਨਾਂ ਦੀ ਵੀ ਇਹੀ ਕਸੂਰ ਇਹਨਾਂ ਦਾ ਵੀ ਇਹ ਸਾਰੇ ਹੀ ਸਰਦਾਰ ਨੇ, ਕੋਈ ਕਿਸੇ ਦੇ ਮਗਰ ਤੁਰਨ ਲਈ ਤਿਆਰ ਨਹੀਂ, ਸਭ ਹੰਨੇ ਹੰਨੇ ਦੀ ਮੀਰੀ ਹੈ, ਸਾਰੇ ਹੀ ਆਪਣੇ ਆਪ ਦੇ ਵਿੱਚ ਅਹੰਗ ਬ੍ਰਹਮ ਅਛਮੀ, ਸਾਰੇ ਕਹਿੰਦੇ ਮੈਂ ਹੀ ਭਗਵਾਨ ਆ। ਸਭ ਕਹਤੇ ਹੈ ਪਾਇਆ ਘਾਟ ਨਾ ਕਿੰਨੀ ਹੀ ਕਹਾਇਆ। ਹਰ ਵਿਅਕਤੀ ਆਪਣਾ ਦਾਵਾ ਕਰਨ ਦੀ ਕੋਸ਼ਿਸ਼ ਕਰਦਾ, ਪਰ ਸਿੱਖ ਉਹ ਹੈ ਜਿਹੜਾ ਕਦੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਮੰਨਦਾ। ਸਾਡਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਹੈ, ਬਾਕੀ ਅਸੀਂ ਗੁਰ ਭਾਈ ਆ, ਅਸੀਂ ਆਪਸ ਵਿੱਚ ਭੈਣ ਭਰਾ ਆ। ਗੁਰੂ ਸਾਡੇ 'ਚ ਕੋਈ ਨਹੀਂ ਹੈਗਾ, ਗੁਰੂ ਸਾਡੇ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਹਾਂਜੀ। ਬਰਖਾ ਜਬ ਚਾਹੈ ਖੇਤ ਹਿਤੰ ਸਭ ਜਾਚ ਜਾਏ ਜਹਾਂ ਨ੍ਰਿਪਤੰ। ਅਸਲ ਵਿੱਚ ਗੱਲ ਇਹ ਸੀ ਕਿ ਲੋਕ ਜਦੋਂ ਵੀ ਬਰਸਾਤ ਦੀ ਲੋੜ ਪੈਂਦੀ ਸੀ, ਉੱਥੇ ਕੋਈ ਲਾਗੇ ਖੂਹ ਖੇਤੀ ਨੂੰ ਸਿੰਚਣ ਵਾਸਤੇ ਨਹੀਂ ਸੀ, ਉੱਥੋਂ ਕੋਈ ਨਦੀ ਨਹੀਂ ਸੀ ਲੰਘਦੀ ਖੇਤ ਨੂੰ ਸਿੰਚਣ ਵਾਸਤੇ। ਉੱਥੇ ਜਿੰਨਾ ਐਗਰੀਕਲਚਰ ਸੀ, ਜਿੰਨੀ ਖੇਤੀਬਾੜੀ ਸੀ, ਉਹ ਬਰਸਾਤ ਤੇ ਮੁਨਸਰ ਸੀ। ਮੀਂਹ ਪਵੇਗਾ ਖੇਤੀ ਬੀਜੀ ਜਾਏਗੀ, ਮੀਂਹ ਪਵੇਗਾ ਖੇਤੀ ਪੱਕ ਜਾਏਗੀ। ਇਸ ਕਰਕੇ ਜਦੋਂ ਉਸ ਦੇਸ਼ ਦੇ ਲੋਕਾਂ ਨੂੰ ਬਰਸਾਤ ਦੀ ਲੋੜ ਪੈਂਦੀ ਸੀ, ਉਹ ਇਕੱਠੇ ਹੋ ਕੇ ਰਾਜੇ ਕੋਲ ਜਾਂਦੇ ਸਨ। ਰਾਜੇ ਨੂੰ ਕਹਿੰਦੇ ਸੀ ਮਹਾਰਾਜ ਮੀਂਹ ਪਵਾ ਦਿਓ। ਹਾਂਜੀ। ਮੁਖ ਜਾਪ ਸੁਰੇਸ਼ ਨਰੇਸ਼ ਕਰੈ ਜਬ ਮੰਤਰ ਪੜੇ ਬਰਖਾ ਸੁ ਪਰੇ। ਇਹ ਲੋਕ ਰਾਜੇ ਨੂੰ ਕਹਿੰਦੇ ਤੇ ਰਾਜਾ ਵੀ ਕੋਈ ਮੰਤਰ ਪੜ੍ਹਦਾ ਸੀ ਤੇ ਮੀਂਹ ਪੈ ਜਾਂਦਾ ਸੀ। ਰਾਜਾ ਵੀ ਜਦੋਂ ਇਹ ਆਉਂਦੇ ਸੀ ਉਦੋਂ ਮੰਤਰ ਪੜ੍ਹਦਾ ਸੀ, ਜਦੋਂ ਮੰਤਰ ਪੜ੍ਹਦਾ ਸੀ ਉਦੋਂ ਦੇਸ਼ ਵਿੱਚ ਬਰਸਾਤ ਹੋ ਜਾਂਦੀ ਸੀ। ਹਾਂਜੀ। ਕ੍ਰਿਸ਼ ਕਾਰਜ ਹੋਏ ਨ ਬਾਹੇ ਅਸੰ ਬਿਨ ਭੂਪ ਲਖੇ ਨਹਿ ਔਰ ਕਿਸੰ। ਇਸੇ ਕਰਕੇ ਜਿਹੜਾ ਖੇਤੀ ਦਾ ਕਾਰਜ ਉਹ ਸਮਝਦੇ ਸੀ ਰਾਜੇ ਤੋਂ ਸਵਰਦਾ ਹੈ, ਤੇ ਫਿਰ ਉਹ ਰਾਜੇ ਤੋਂ ਬਿਨਾਂ ਕਿਸੇ ਨੂੰ ਰਾਜੇ ਤੋਂ ਬਿਨਾਂ ਕਿਸੇ ਨੂੰ ਰੱਬ ਮੰਨਦੇ ਹੀ ਨਹੀਂ ਸੀ, ਰਾਜੇ ਤੋਂ ਬਿਨਾਂ ਕਿਸੇ ਨੂੰ ਵੱਡਾ ਵੀ ਨਹੀਂ ਮੰਨਦੇ ਸਮਝਦੇ ਸੀ ਉਹ। ਹਾਂਜੀ। ਜਿਸ ਬਾਸੁਰ ਤੇ ਗੁਰ ਬੈਠ ਗਏ ਤਬ ਤੇ ਜਲ ਮੇਘ ਨ ਫੇਰ ਪਏ। ਜਿਸ ਦਿਨ ਤੋਂ ਉਸ ਨਗਰੀ ਵਿੱਚ ਸਤਿਗੁਰੂ ਆਏ, ਬਾਹਰ ਖੇਤ ਵਿੱਚ ਬੈਠੇ ਨੇ, ਧੂਆਂ ਕੀਤਾ, ਪਤਾ ਲੱਗ ਗਿਆ ਨਗਰੀ ਵਿੱਚ ਲੋਕਾਂ ਨੂੰ ਕਿ ਬਾਹਰ ਕੋਈ ਆਇਆ ਹੈ, ਪਰ ਕੋਈ ਮਿਲਣ ਗਿਆ ਹੀ ਨਹੀਂ, ਕਿਉਂਕਿ ਉਹਨਾਂ ਨੂੰ ਕਿਸੇ ਦੀ ਲੋੜ ਹੀ ਨਹੀਂ ਸੀ, ਉਹ ਕਿਸੇ ਨੂੰ ਰੱਬ ਮੰਨਦੇ ਹੀ ਨਹੀਂ ਸੀ, ਕਿਸੇ ਨੂੰ ਵੱਡਾ ਵੀ ਨਹੀਂ ਸੀ ਮੰਨਦੇ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਵੀ ਜਿੰਨਾ ਕੁਝ ਗਰਜ ਸਿਖਾਉਂਦੀ ਹੈ, ਉਹਨਾਂ ਦੁਨੀਆ ਦਾ ਹੋਰ ਕੋਈ ਵੀ ਤਰੀਕਾ ਸਾਨੂੰ ਗਿਆਨ ਨਹੀਂ ਦੇ ਸਕਦਾ। ਲੋੜ, ਜ਼ਰੂਰਤ, ਗਰੀਬੀ, ਬਹੁਤ ਕੁਝ ਬੰਦੇ ਨੂੰ ਆਪਣੇ ਆਪ ਸਿਖਾਉਂਦੀ ਹੈ। ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਉਸ ਨਗਰੀ ਵਿੱਚ ਆਏ, ਉਸ ਦੇਸ਼ ਵਿੱਚ ਆਏ ਨੇ, ਮੁੜ ਕੇ ਕਦੇ ਮੀਂਹ ਨਹੀਂ ਪਿਆ, ਕਿਉਂਕਿ ਉੱਥੇ ਕਰੀਤੀ ਹੁੰਦੀ ਸੀ, ਉਹ ਸਤਿਗੁਰਾਂ ਨੇ ਰੋਕ ਦਿੱਤੀ। ਹਾਂਜੀ। ਕ੍ਰਿਸ ਸੂਕ ਚਲੀ ਬਿਨ ਨੀਰ ਜਬੈ ਸਭ ਲੋਕ ਗਏ ਨ੍ਰਿਪ ਪਾਸ ਤਬੇ। ਹੁਣ ਲੋਕ ਰਾਜੇ ਦੇ ਮਹਿਲਾਂ ਵਿੱਚ ਜਾਂਦੇ ਨੇ, ਦਰਬਾਰ ਵਿੱਚ ਜਾਂਦੇ ਨੇ, ਜਾ ਕੇ ਬੇਨਤੀਆਂ ਕਰਦੇ ਨੇ ਵੀ ਮਹਾਰਾਜ ਮੀਂਹ ਪਵਾਓ, ਹੱਥ ਜੋੜਦੇ ਨੇ, ਅਰਜ ਦਸਤ ਹੁੰਦੇ ਨੇ ਕਿ ਮਹਾਰਾਜ ਮੀਂਹ ਪਵਾਓ। ਹਾਂਜੀ। ਬਰਖਾ ਬਿਨ ਸੁਕਤ ਖੇਤ ਹਰੇ ਕਹੋ ਵਾਕ ਤਰਾ ਪਰ ਮਿਹੂ ਪਰੇ। ਲੋਕ ਜਾ ਕੇ ਕਹਿੰਦੇ ਨੇ ਮਹਾਰਾਜ ਹਰੇ ਭਰੇ ਖੇਤ ਨੇ, ਸੁੱਕ ਜਾਣਗੇ, ਸੜ ਜਾਣਗੇ, ਖੇਤੀ ਖਰਾਬ ਹੋ ਜਾਏਗੀ, ਕੋਈ ਆਪਣੇ ਮੂੰਹ ਤੋਂ ਬਚਨ ਕਹੋ। ਬਚਨ ਕੀ? ਉਹ ਕੋਈ ਮੰਤਰ ਪੜ੍ਹਦਾ ਸੀ, ਉਹਦੇ ਮੰਤਰਾਂ ਨਾਲ ਮੀਂਹ ਪੈਂਦਾ ਸੀ। ਹੁਣ ਦੁਨੀਆ ਰੋਜ਼ ਹੀ ਜਾ ਕੇ ਕਹਿੰਦੀ ਹੈ ਵੀ ਮਹਾਰਾਜ ਮੰਤਰ ਪੜੋ, ਮੀਂਹ ਪਵਾਓ। ਹਾਂਜੀ। ਸੁਨ ਭੂਪ ਉਚਾਰਨ ਮੰਤਰ ਕੀਓ
ਕਹਿ ਬੈਨ ਰਹਿਓ ਨਹਿ ਮਿਹੁ ਪਇਓ। ਪਰ ਰਾਜੇ ਦੇ ਹੁਣ ਮੰਤਰ ਪੜਨ ਨਾਲ ਵੀ ਮੀਂਹ ਨਹੀਂ ਪਿਆ। ਲੋਕ ਵੀ ਹੈਰਾਨ ਹੋ ਗਏ, ਰਾਜਾ ਖੁਦ ਵੀ ਹੈਰਾਨ ਹੋ ਗਿਆ ਵੀ ਮੈਂ ਮੰਤਰ ਪੜਦਾ ਸੀ ਮੀਂਹ ਪੈਂਦਾ ਸੀ, ਹੁਣ ਮੈਂ ਮੰਤਰ ਤੇ ਪੜਦਾ ਤੇ ਮੀਂਹ ਪੈਂਦਾ ਕੋਈ ਨਹੀਂ ਹੈ। ਹਾਂਜੀ। ਨਰ ਤੀਸਰ ਬਾਸੁਰ ਫੇਰ ਗਏ ਸਭ ਲੋਕ ਚਾਹੇ ਨਹਿ ਮਿਹੁ ਪਏ। 3 ਦਿਨ ਬਾਅਦ ਫਿਰ ਸਾਰੇ ਲੋਕ ਇਕੱਠੇ ਹੋ ਕੇ ਗਏ, ਫਿਰ ਫਰਿਆਦ ਕੀਤੀ ਵੀ ਮਹਾਰਾਜ ਮੀਂਹ ਪਵਾਓ। ਫਿਰ ਜਾ ਕੇ ਸਾਰਿਆਂ ਨੇ ਰਾਜੇ ਦੇ ਅੱਗੇ ਹੱਥ ਜੋੜੇ ਨੇ, ਸਭ ਲੋਕ ਚਾਹੇ ਨਹਿ ਮਿਹੁ ਪਏ। ਲੋਕ ਚਾਹੁੰਦੇ ਨੇ ਪਰ ਮੀਂਹ ਨਹੀਂ ਪੈਂਦਾ। ਹਾਂਜੀ। ਉਪਚਾਰ ਨ ਕੂਪ ਨਦੀ ਜਲ ਕੋ ਨਿਤ ਆਸ ਆਕਾਸ਼ ਮਹੀ ਤਲ ਕੋ। ਇਸ ਦੇਸ਼ ਵਿੱਚ ਖੂਹ ਨਹੀਂ ਸਨ, ਨਦੀਆਂ ਨਹੀਂ ਸਨ, ਦਰਿਆ ਨਹੀਂ ਸਨ। ਇੱਕੋ ਹੀ ਆਸ ਹੈ ਕਿ ਬੱਦਲਾਂ ਦੀ ਵਰਖਾ ਹੋਏਗੀ ਤੇ ਧਰਤੀ ਦੇ ਵਿੱਚ ਅੰਨ ਧਨ ਜਿਹੜਾ ਹੈ ਉਹ ਉਪਜੇਗਾ। ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਹਾਂਜੀ। ਸੁਣ ਭੂਪ ਕਹੇ ਨਹਿ ਚਿੰਤ ਕਰੋ ਬਰਖਾ ਬਰਖੈ ਉਰ ਧੀਰ ਧਰੋ। ਜਦੋਂ ਤੀਸਰੇ ਦਿਨ ਲੋਕ ਆਏ ਮੀਂਹ ਫਿਰ ਨਹੀਂ ਪਿਆ, ਪਰ ਅੱਜ ਰਾਜਾ ਉਹਨਾਂ ਨੂੰ ਕਹਿੰਦਾ ਵੀ ਹੌਸਲਾ ਰੱਖੋ, ਤੁਸੀਂ ਮੀਂਹ ਤਾਂ ਪਵੇਗਾ ਹੀ ਪਵੇਗਾ, ਮੈਂ ਪਵਾਵਾਂਗਾ, ਤੁਸੀਂ ਚਿੰਤਾ ਨਹੀਂ ਕਰਨੀ, ਫਿਕਰ ਨਹੀਂ ਕਰਨਾ। ਇਹ ਮੇਰੀ ਜ਼ਿੰਮੇਵਾਰੀ ਹੈ ਕਿ ਬਰਸਾਤ ਹੋਏਗੀ ਤੇ ਤੁਹਾਡੀ ਖੇਤੀਬਾੜੀ ਜਿਹੜੀ ਹੈ ਉਹ ਪੱਕ ਜਾਏਗੀ। ਹਾਂਜੀ। ਤਬ ਮਾਨਵ ਜੋ ਨਿਜ ਐਨ ਗਏ ਪੁੰਨ ਦਿਓਸ ਜਿਸਾਤ ਬਤੀਤ ਪਏ। ਇਸ ਤਰ੍ਹਾਂ ਲੋਕ ਰਾਜੇ ਦੀਆਂ ਗੱਲਾਂ ਸੁਣ ਕੇ ਘਰ ਚਲੇ ਗਏ। ਪੁੰਨ ਦਿਓਸ 6-7 ਬਤੀਤ ਪਏ, 6-7 ਦਿਨ ਹੋਰ ਬੀਤ ਗਏ। ਪਹਿਲਾਂ ਗਏ, ਫਿਰ 3 ਦਿਨ ਬਾਅਦ ਗਏ, ਫਿਰ 6-7 ਦਿਨਾਂ ਬਾਅਦ ਗਏ, ਕਰਦਿਆਂ ਕਰਦਿਆਂ 11-12 ਦਿਨ ਬਤੀਤ ਹੋ ਗਏ, ਅਜੇ ਤੱਕ ਮੀਂਹ ਨਹੀਂ ਪਿਆ। ਹਾਂਜੀ। ਬਹੁ ਬਾਰ ਅਰਾਧ ਰਹਿਓ ਮਗਵਾ ਨ੍ਰਿਪਤੇ ਨਹਿ ਬੂੰਦ ਪਰੇ ਲਗੁਆ। ਰਾਜੇ ਨੇ ਮਗਵੇ ਦੀ ਬੜੀ ਪੂਜਾ ਕੀਤੀ, ਇੰਦਰ ਦੇਵਤੇ ਨੂੰ ਸਿਮਰਿਆ ਉਹਨੇ। ਸਨਾਤਨ ਮਤ ਦੇ ਵਿੱਚ ਇੱਕ ਮਨੌਤ ਹੈ ਕਿ ਇਸੇ ਕਰਕੇ ਬੱਦਲਾਂ ਨੂੰ ਇੰਦਰ ਦੇਵਤਾ ਵੀ ਕਹਿੰਦੇ ਨੇ, ਮੀਂਹ ਦਾ ਦੇਵਤਾ ਵੀ ਉਹ ਇੰਦਰ ਨੂੰ ਹੀ ਮੰਨਦੇ ਨੇ। ਇਹ ਰਾਜਾ ਵੀ ਜਿਹੜਾ ਸੀ ਇਹ ਬੱਦਲਾਂ ਦੀ ਪੂਜਾ ਕਰਦਾ ਸੀ। ਇਹਨੇ ਬਹੁਤ ਉਸ ਮਗਵੇ ਨੂੰ ਰੁਝਾਉਣ ਦੀ ਕੋਸ਼ਿਸ਼ ਕੀਤੀ ਹੈ। ਨ੍ਰਿਪਤੇ ਨੈ ਬੂੰਦ ਪਰੇ ਲਗੁਆ, ਇੱਕ ਬੂੰਦ ਪਾਣੀ ਦੀ ਨਹੀਂ ਡਿੱਗੀ, ਮੀਂਹ ਪਿਆ ਹੀ ਨਹੀਂ। 11-12 ਦਿਨ ਬਤੀਤ ਹੋ ਗਏ, ਬਰਸਾਤ ਨਹੀਂ ਹੋਈ। ਹਾਂਜੀ। ਔਰ ਧੀਰ ਟਰਾ ਨਰ ਚਿੰਤ ਗਹੇ ਕ੍ਰਿਸ਼ ਸੂਕ ਚਲੇ ਨ ਉਪਾਵ ਅਹੇ। ਹੁਣ ਲੋਕਾਂ ਦਾ ਜਿਹੜਾ ਧੀਰਜ ਸੀ ਉਹ ਖਤਮ ਹੋਣਾ ਸ਼ੁਰੂ ਹੋ ਗਿਆ। ਲੋਕਾਂ ਦੇ ਅੰਦਰ ਚਿੰਤਾ ਵੱਧ ਗਈ, ਖੇਤੀਬਾੜੀ ਜਿਹੜੀ ਉਹ ਸੁੱਕਣੀ ਸ਼ੁਰੂ ਹੋ ਗਈ। ਵੇਖੋ ਜਿਹੜੇ ਲੋਕ ਨੇ ਨਾ, ਇਹ ਬਹੁਤਾ ਲੰਬਾ ਸਮਾਂ ਨਹੀਂ ਉਡੀਕਦੇ। ਇਹ ਤਾਂ ਚਾਹੁੰਦੇ ਨੇ ਵੀ ਝਟਪਟ ਹੀ ਸਭ ਕੁਝ ਹੋਣਾ ਚਾਹੀਦਾ ਹੈ। ਜੇ ਆਪਾਂ ਕਹੀਏ ਨਾ ਵੀ ਕੋਈ ਆਦਮੀ ਤੁਹਾਡੀ ਮਹੀਨਾ 2 ਮਹੀਨੇ 6 ਮਹੀਨੇ ਵੇਟ ਕਰੇਗਾ, ਕੋਈ ਵੇਟ ਨਹੀਂ ਜੇ ਕਰੇਗਾ। ਇਹ ਤੇ ਨਾਲ ਦੀ ਨਾਲ ਹੀ ਆਪਣਾ ਪਾਲਾ ਬਦਲ ਜਾਂਦੇ ਨੇ ਲੋਕ। 11-12 ਦਿਨ ਬਤੀਤ ਹੋ ਗਏ, ਲੋਕ ਜਿਹੜੇ ਸੀ ਉਹ ਨਿਰਾਸ਼ ਹੋ ਗਏ, ਉਦਾਸ ਹੋ ਗਏ ਕਿ ਮੀਂਹ ਤੇ ਪੈ ਹੀ ਨਹੀਂ ਰਿਹਾ। ਹਾਂਜੀ। ਜਹ ਖੇਤ ਸਮੀਪ ਗੁਰੂ ਬਰਦਾ ਤਹਿ ਮਾਲਕ ਆਏ ਬਸੂਰ ਸਦਾ। ਇੱਕ ਦਿਨ ਕੀ ਹੋਇਆ, ਜਿਸ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਗਏ ਸੀ ਔਰ ਉਸ ਦੇਸ਼ ਦੇ ਜਿਸ ਖੇਤ ਵਿੱਚ, ਜਿਸ ਕਿਲੇ ਵਿੱਚ ਸਤਿਗੁਰੂ ਬੈਠੇ ਸਨ, ਉਸ ਖੇਤ ਦਾ, ਉਸ ਜ਼ਮੀਨ ਦਾ, ਉਸ ਏਕੜ ਦਾ ਮਾਲਕ ਜ਼ਿਮੀਂਦਾਰ ਆਇਆ। ਉਹਨੇ ਆ ਕੇ ਸਤਿਗੁਰੂ ਜੀ ਹੋਰਾਂ ਨੂੰ ਬੁਲਾਇਆ ਨਹੀਂ ਹੈ,
ਪਰ ਸਤਿਗੁਰਾਂ ਨੇ ਵੇਖਿਆ ਵੀ ਬੜਾ ਉਦਾਸ ਹੈ ਤੇ ਮਾਲਕ ਹੈ ਇਸ ਖੇਤ ਦਾ, ਇਸ ਖੇਤ ਦਾ ਜ਼ਿਮੀਂਦਾਰ ਹੈ, ਪਰ ਇਹਦੇ ਚਿਹਰੇ ਤੇ ਕੋਈ ਰੌਣਕ ਨਹੀਂ ਹੈ, ਇਹਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਹੈ। ਹਾਂਜੀ। ਘਟ ਕੀ ਲਖ ਕਹੇ ਗੁਰ ਬਹਿਨ ਪਨੰ, ਚਿਤ ਮੈਂ ਬਹੁ ਚਿੰਤ ਭਇਓ ਬਿਮਨੰ। ਸਤਿਗੁਰੂ ਕਹਿਣ ਲੱਗੇ, ਉਹ ਭਾਈ ਕਿਸਾਨ ਉਰੇ ਆ, ਕੀ ਗੱਲ ਬਈ, ਤੂੰ ਬੁਝੇ ਬੁਝੇ ਮਨ ਦੇ ਨਾਲ ਆਪਣੇ ਖੇਤ ਦੇ ਵਿੱਚ ਵਿਚਰ ਰਿਹਾ ਹੈ, ਤੇਰੇ ਮਨ ਵਿੱਚ ਕੋਈ ਚਿੰਤਾ ਹੈ, ਕੋਈ ਝੋਰਾ ਹੈ, ਕੋਈ ਤੇਰੇ ਜੀਵਨ ਵਿੱਚ ਕੋਈ ਕਮੀ ਹੈ, ਕੋਈ ਘਾਟ ਹੈ, ਕੀ ਗੱਲ ਕੀ ਹੈ, ਤੂੰ ਖੁਸ਼ ਕਿਉਂ ਨਹੀਂ ਹੈ? ਹਾਂਜੀ। ਕਹੋ ਕਾਰਨ ਕੌਣ ਤੁਮੈ ਦੁਖ ਕੋ, ਦਿਲ ਗੀਰ ਦਿਖੋ ਨਾ ਖੁਸ਼ੀ ਮੁਖ ਕੋ। ਸਤਿਗੁਰੂ ਕਹਿਣ ਲੱਗੇ, ਬੋਲ ਕੇ ਦੱਸੇਗਾ ਇਸ ਦਿਲਗੀਰੀ ਦਾ ਕਾਰਨ ਕੀ ਹੈ? ਕੀ ਕਾਰਨ ਹੈ ਭਾਈ ਕਿ ਤੂੰ ਹੌਸਲਾ ਛੱਡ ਦਿੱਤਾ ਹੈ, ਤੂੰ ਆਪਣਾ ਧੀਰਜ ਗਵਾ ਦਿੱਤਾ ਹੈ, ਚਿੰਤਾ, ਫਿਕਰ, ਭੈ, ਡਰ, ਖੌਫ, ਇਹ ਸਾਰਾ ਕੁਝ ਤੇਰੇ ਚਿਹਰੇ ਤੋਂ ਨਜ਼ਰ ਆਉਂਦਾ ਹੈ। ਇਸ ਦੇ ਨਾਲ ਹੀ ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ, ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।